CKSP 600 AM शेरे पंजाब रेडियो सुन रहे हो तुसी और शिंदे पुरवाल शो चल रहा मैं तुहाडा होस्ट समीर कौशल और हुण जिस तरह कि शेरे पंजाब 600 AM ਵੱਲੋਂ एक मुहिम जिहड़ी है वधी गई है कि जिथे ਅਸੀਂ ਭਾਰਤ ਦੇ ਕਿਸਾਨਾਂ ਦੀ ਗੱਲ ਕਰਦੇ ਹਾਂ ਉੱਥੇ ਕੈਨੇਡਾ ਦੇ ਕਿਸਾਨ ਖਾਸਕਰ BC ਦੇ ਕਿਸਾਨ ਜਿਹੜੇ ਨੇ ਇਹਨਾਂ ਦੀਆਂ ਸਮੱਸਿਆਵਾਂ ਇਹਨਾਂ ਦੇ ਮੰਗਾਂ ਇਹਨਾਂ ਦੇ ਮੁੱਦੇ ਇਹਨਾਂ ਦਾ ਹੱਲ ਜਿਹੜਾ ਉਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾਏ और बहुत सारे ऐसे किसान ने बहुत सारे ऐसे ਜਿਹੜੀਆਂ ਇੰਡਸਟਰੀਜ਼ ਨੇ ਕਿਸਾਨਾਂ ਦੀਆਂ ਜਿਹਦੇ ਵਿੱਚ ਕਿ ਬਹੁਤ ਸਾਰੇ ਇਸ਼ੂਜ਼ ਚੱਲ ਰਹੇ ਨੇ ਬੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ ਬੜੇ ਚੈਲੰਜਸ ਚੱਲ ਰਹੇ ਨੇ ਔਰ ਇਸ ਲੜੀ ਨੂੰ ਅਸੀਂ ਤੁਹਾਡੇ ਤੱਕ ਹਰ ਰੋਜ਼ ਹੁਣ ਪੇਸ਼ ਕਰ ਰਹੇ ਹਾਂ ਕੱਲ ਤੋਂ ਸ਼ੁਰੂ ਕੀਤੀ ਸੀ ਕੱਲ ਅਸੀਂ ਜਿਹੜੇ ਐਪਲ ਆਰਚਰਡ ਦੇ ਕਿਸਾਨ ਨੇ ਉਹਨਾਂ ਨਾਲ ਗੱਲ ਕੀਤੀ ਸੀ ਅੱਜ ਜਿਹੜੀ ਸਾਡੀ ਖਾਸ ਗੱਲਬਾਤ ਹੋਏਗੀ ਉਹ ਮੇਰੇ ਨਾਲ ਮੇਰੇ ਸਾਥੀ ਰਿਪੋਰਟਰ ਸਰਮੀਤ ਸਿੰਘ ਨੇ ਔਰ ਇਹ ਜਿਹੜਾ ਪ੍ਰੋਗਰਾਮ ਹੈ ਪੂਰਾ ਇਹ ਫੇਸਬੁੱਕ ਤੇ ਸ਼ੇਰੇ ਪੰਜਾਬ AM 600 ਦੇ ਫੇਸਬੁੱਕ ਪੇਜ ਤੇ ਲਾਈਵ ਵੀ ਚੱਲ ਰਿਹਾ ਤੁਸੀਂ ਵੀ ਇਹਦੇ 'ਚ ਆਪਣੇ ਓਪੀਨੀਅਨ ਜਿਹੜੇ ਆ ਸਾਨੂੰ ਦੇ ਸਕਦੇ ਹੋ ਔਰ ਜੂਲੀਆ ਸਮਿਥ ਸਾਡੇ ਨਾਲ ਸ਼ਾਮਲ ਹੋਣਗੇ ਜਿਹੜੇ ਕਿ ਮੀਟ ਪ੍ਰੋਡਿਊਸਰਸ ਪ੍ਰੈਜ਼ੀਡੈਂਟ ਨੇ ਸਮਾਲ ਸਕੇਲ ਮੀਟ ਪ੍ਰੋਡਿਊਸਰ ਐਸੋਸੀਏਸ਼ਨ ਦੇ ਔਰ ਮੇਰੇ ਨਾਲ ਇਸ ਵੇਲੇ ਸਰਮੀਤ ਸਿੰਘ ਜਿਹੜੇ ਨੇ ਉਹ ਸ਼ਾਮਲ ਨੇ ਔਰ ਅਸੀਂ ਪ੍ਰੋਗਰਾਮ ਦਾ ਇਹ ਜਿਹੜਾ ਹਿੱਸਾ ਹੁਣ ਸ਼ੁਰੂ ਕਰਦੇ ਹਾਂ सो सरमीत सिंह मेरे नाम है सो सरमीत बहुत बहुत स्वागत है सब तो पहला ਤੁਹਾਡਾ जी बहुत बहुत धन्यवाद सुमीत ਸਰਮੀਤ ਸਾਨੂੰ ਦੱਸੋ ਕਿ ਅੱਜ ਜਿਹੜੀ ਇੰਡਸਟਰੀ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਹ ਮੀਟ ਪ੍ਰੋਡਕਸ਼ਨ ਇੰਡਸਟਰੀ ਹੈ BC ਦੀ ਸਾਨੂੰ ਇਹਦੇ ਬਾਰੇ ਦੱਸੋ ਕਿ ਇਸ ਇੰਡਸਟਰੀ ਦਾ ਕਿੰਨਾ ਕੁ ਫੈਲਾਅ ਹੈ BC ਦੇ ਵਿੱਚ ਔਰ ਕਿੰਨੇ ਕੁ ਲੋਕ ਹੈ ਜਿਹੜੇ ਇਹਦੇ ਨਾਲ ਜੁੜੇ ਹੋਏ ਆ ਜੀ ਬਿਲਕੁਲ ਸੁਮੀਤ ਜੀ ਇੱਕ ਬਹੁਤ ਇੰਪੋਰਟੈਂਟ ਮੀਟ ਇੰਡਸਟਰੀ ਹੈਗੀ ਹੈ ਜਿਹੜੀ ਇਹ BC ਐਗਰੀਕਲਚਰ ਦੀ ਔਰ ਇਸ ਨਾਲ ਜਿਹੜੇ ਕੰਮ ਕਰਨ ਵਾਲੇ ਜਿਹੜੇ ਫਾਰਮਰਸ ਨੇ ਉਹ ਪੋਲਟਰੀ ਕੈਟਲ ਸ਼ੀਪ ਲੈਂਬ ਹੌਗ ਪ੍ਰੋਡਿਊਸਰ ਨੇ ਔਰ ਪੂਰੇ ਐਬਸਫੋਰਡ ਤੋਂ ਲੈ ਕੇ ਵੈਨਕੂਵਰ ਤੋਂ ਲੈ ਕੇ BC ਦੇ ਇੰਟੀਰੀਅਰ ਤੱਕ ਫੈਲੇ ਹੋਏ ਨੇ ਔਰ ਮੈਂ ਤੁਹਾਨੂੰ ਕੁਝ ਅੰਕੜੇ ਪੇਸ਼ ਕਰਨਾ ਚਾਹਾਂਗਾ ਸਮੀਰ ਜੀ ਜਿਹੜੀ ਕਿ 2016 ਆਪਾਂ ਜਿਵੇਂ ਕੱਲ ਵੀ ਗੱਲ ਕੀਤੀ ਸੀ ਕਿ ਸੈਂਸਸ ਦੇ ਆਧਾਰਿਤ ਅੰਕੜੇ ਨੇ 2016 ਲਾਈਵ ਸਟਾਕ ਸੈਂਸਸ ਹੋਈ ਸੀ ਅਗਲੀ ਸੈਂਸਸ ਜਿਹੜੀ 2021 ਦੇ ਵਿੱਚ ਹੋਈ ਇਹਦੇ ਮੁਤਾਬਿਕ BC ਦੇ ਵਿੱਚ ਜੀ 15867 ਫਾਰਮ ਹੈਗੇ ਨੇ ਜੀ ਤੇ ਕਰੀਬ 23 ਮਿਲੀਅਨ ਲਾਈਵ ਸਟਾਕ ਜਿਹਦੇ ਵਿੱਚ ਪੋਲਟਰੀ ਕੈਟਲ ਸ਼ੀਪ ਲੈਂਬ ਤੇ ਹੌਗ ਹੈਗੇ 23 ਮਿਲੀਅਨ ਕਰੀਬ ਲਾਈਵ ਸਟਾਕ ਹੈਗਾ ਪਰ ਜੇਕਰ ਆਪਾਂ ਇੰਡੀਵਿਜੂਅਲੀ ਗੱਲ ਕਰੀਏ ਸੁਨੀਲ ਜੀ ਤਾਂ पोल्ट्री दे 6710 फार्म हैगे है जी कैटल दे 5126 और शीप एंड लैम दे 1693 हॉग दे 904 ते अदर जेडे गोट बाइजन डियर रैबिट हैगे है इन्हां दे 1434 जेडे फार्म हैगे पूरे BC दे विच हैगे इन्हां दी टोटल गिनती 15867 हो जांदी है हुण जे ਆਪਾਂ एनिमल्स दी गल करिए समीर जी तां पोल्ट्री दे 22 मिलियन तो ज्यादा जेडे एनिमल हैगे है यूनिट ਜਾਂ ਕਹਿ ਲੋ ਪੂਰੇ BC ਦੇ ਵਿੱਚ ਔਰ ਕੈਟਲ ਦੇ ਵਿੱਚ ਜਾਨੀ ਕਿ ਆਪਣੇ ਕੋਲੇ ਮੱਝਾਂ ਤੇ ਗਾਵਾਂ ਦੋਵੇਂ ਆ ਜਾਣਗੀਆਂ ਜੀ ਕੈਟਲ ਦੇ ਵਿੱਚ 6 ਲੱਖ ਤੋਂ ਜ਼ਿਆਦਾ ਐਨੀਮਲਸ ਹੈਗੇ ਆ ਇਹਦੇ ਨਾਲ ਹੀ ਸ਼ੀਪ ਐਂਡ ਲੈਂਬ ਦੇ 59249 ਐਨੀਮਲ ਹੈਗੇ ਆ ਔਰ ਹੌਗ ਸੂਰ ਇਹਨਾਂ ਦੇ ਹੈਗੇ 88862 ਔਰ ਅਦਰ ਜਿਹੜੇ ਗੋਟਸ ਡੀਅਰ ਰੈਬਿਟਸ ਇਹਨਾਂ ਦੇ 26873 ਐਨੀਮਲ ਇਹਨਾਂ ਦੀ ਕੁੱਲ ਗਿਣਤੀ ਕਰੀਬ 23 ਮਿਲੀਅਨ ਜਿਹੜੀ ਬਣਦੀ ਹੈਗੀ ਇਸ ਦੀ ਇਸ ਤੋਂ ਇਲਾਵਾ ਜੇ ਹੁਣ ਮੈਂ ਤੁਹਾਨੂੰ ਦੱਸਾਂ ਕਿ ਇੱਕ ਤੁਸੀਂ ਕਹਿ ਰਹੇ ਸੀ ਕਿੰਨੀ ਕੁ ਵੱਡੀ ਇੰਡਸਟਰੀ ਹੈ ਇਹਦਾ ਅੰਦਾਜ਼ਾ ਸਮੀਰ ਜੀ ਡਿਮਾਂਡ ਤੋਂ ਲਗਾਇਆ ਜਾ ਸਕਦਾ ਹੈਗਾ ਮੀਟ ਪ੍ਰੋਡਕਸ਼ਨ ਦੀ ਕਿੰਨੀ ਕੁ ਡਿਮਾਂਡ ਹੈਗੀ ਆ BC ਦੇ ਵਿੱਚ 2018 ਦੀ ਜਿਹੜੀ ਪ੍ਰੋਵਿੰਸ਼ੀਅਲ ਮੀਟ ਕੰਜ਼ੰਪਸ਼ਨ ਹੈਗੀ ਆ ਉਹਦੇ ਮੁਤਾਬਿਕ BC ਦੇ ਵਿੱਚ ਚਿਕਨ ਦੀ ਜਿਹੜੀ ਬੋਨਲੈਸ weight ਹੈਗਾ ਉਹ 102 ਮਿਲੀਅਨ ਤੋਂ ਜ਼ਿਆਦਾ ਕੰਜ਼ੰਪਸ਼ਨ ਹੈਗੀ ਆ 102 ਮਿਲੀਅਨ ਕਿਲੋਗ੍ਰਾਮ ਤੋਂ ਜ਼ਿਆਦਾ ਕੰਜ਼ੰਪਸ਼ਨ ਸਾਲਾਨਾ ਜਿਹੜੀ BC ਦੇ ਵਿੱਚ ਚਿਕਨ ਦੀ ਹੈਗੀ ਆ ਜੇਕਰ ਬੀਫ ਦੀ ਗੱਲ ਕਰੀਏ ਤਾਂ 90 ਮਿਲੀਅਨ ਕਿਲੋਗ੍ਰਾਮ ਤੋਂ ਜ਼ਿਆਦਾ ਸਮੀਰ ਜੀ ਜਿਹੜਾ ਬੀਫ ਹੈ ਉਹ ਸਾਲਾਨਾ ਛਕਿਆ ਗਿਆ ਹੈਗਾ 2018 ਦੇ ਵਿੱਚ ਇਸੇ ਤਰ੍ਹਾਂ ਪਾਰਕ ਦੀ 82 ਮਿਲੀਅਨ ਤੋਂ ਜ਼ਿਆਦਾ ਸਮੀਰ ਜੀ ਪਾਰਕ ਦੀ ਡਿਮਾਂਡ ਰਹੀ ਹੈਗੀ ਹੈ ਟਰਕੀ ਦੀ ਥੋੜੀ ਜੀ ਘਟ ਰਹੀ ਹੈ 16 ਮਿਲੀਅਨ ਤੋਂ ਜ਼ਿਆਦਾ ਟਰਕੀ ਦੀ ਰਹੀ ਹੈ ਮਟਨ ਤੇ ਲੈਂਬ ਜਿਹੜੀ ਹੈ ਉਹ 4 ਮਿਲੀਅਨ ਕਿਲੋਗ੍ਰਾਮ ਤੋਂ ਜ਼ਿਆਦਾ 2018 ਦੀ ਕੰਜ਼ੰਪਸ਼ਨ ਜਿਹੜੀ ਰਹੀ ਹੈ ਜੀ ਸੋ ਜੇਕਰ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਤਾਂ 300 ਮਿਲੀਅਨ ਦੇ ਨੇੜੇ ਤੇੜੇ ਇਹ ਕੰਜ਼ੰਪਸ਼ਨ ਪਹੁੰਚ ਜਾਂਦੀ ਹੈ ਜੀ ਸਮੀਰ ਜੀ ਬਿਲਕੁਲ ਸੋ ਹੁਣ ਸਾਨੂੰ ਇਹ ਦੱਸੋ ਕਿ ਇਸ ਪੂਰੀ ਜਿਹੜੀ ਇੰਡਸਟਰੀ ਹੈ ਜਿਹਦੇ ਵਿੱਚ ਕਿ ਤੁਸੀਂ ਦੱਸਿਆ ਕਿ 22 ਮਿਲੀਅਨ ਦੇ ਕਰੀਬ ਪੋਲਟਰੀ 6 ਲੱਖ ਦੇ ਕਰੀਬ ਕੈਟਲ ਜਿਹੜੇ ਹੈ ਇਹਨਾਂ ਦੇ ਜਿਹੜੇ ਲਾਈਵ ਸਟਾਕ ਹੈ ਇਹਦਾ ਸੈਂਸਸ ਆਇਆ ਕਿੰਨੇ ਕੁ ਜਿਹੜੇ ਮੀਟ ਪ੍ਰੋਡਿਊਸਰ ਨੇ ਇਸ ਵੇਲੇ ਸਾਡੇ ਸੂਬੇ 'ਚ ਕੰਮ ਕਰ ਰਹੇ ਨੇ
ਜੀ ਬਿਲਕੁਲ 15,000 ਜਿਹੜੇ 867 ਦਾ ਟੋਟਲ ਫਾਰਮ ਹੀ ਹੈਗੇ ਆ ਜੀ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੀਟ ਪ੍ਰੋਡਿਊਸਰ ਕੰਮ ਕਰ ਰਹੇ ਹੈਗੇ ਆ, ਚਾਹੇ ਉਹ ਅਸੂਲ ਪਾਲਣ ਦਾ ਕੰਮ ਕਰ ਰਹੇ ਹੈਗੇ ਆ, ਚਾਹੇ ਉਹ ਚਿਕਨ ਪਾਲਣ ਦਾ ਕੰਮ ਕਰ ਰਹੇ ਹੈਗੇ ਆ, ਚਾਹੇ ਉਹ ਬੀਫ ਦੇ ਵਿੱਚ ਜੁੜੇ ਹੋਏ ਹੈਗੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਹ ਫਾਰਮ ਹੈਗੇ ਆ, ਇਹ ਐਬਸਫੋਰਡ ਤੋਂ ਲੈ ਕੇ ਇੰਟੀਰੀਅਰ ਵੈਲੀ ਦੇ ਵਿੱਚ ਫੈਲੇ ਹੋਏ ਆ ਜੀ BC ਦੇ ਵਿੱਚ ਪੂਰੇ। ਔਰ ਸਾਨੂੰ ਦੱਸੋ ਕਿ ਕਿਹੜੇ-ਕਿਹੜੇ ਮੁੱਖ ਚੈਲੰਜ ਨੇ, ਕਿਹਨਾਂ ਦੇ ਨਾਲ ਤੁਹਾਡੀ ਗੱਲ ਹੋਈ ਹੈ, ਤਾਂ ਕਿ ਅਸੀਂ ਉਹ ਜਿਹੜੀ ਗੱਲਬਾਤ ਤੁਹਾਡੀ ਹੋਈ ਸੀ, ਤੁਸੀਂ ਮੈਨੂੰ ਦੱਸਿਆ ਕਿ ਜਿਹੜੇ ਮੀਟ ਪ੍ਰੋਡਿਊਸਰ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ, ਸਾਨੂੰ ਦੱਸੋ ਕਿ ਕੀ ਗੱਲਬਾਤ ਹੋਈ, ਔਰ ਅਸੀਂ ਉਸ ਜਿਹੜੀ ਗੱਲਬਾਤ ਹੈ ਉਹਨੂੰ ਚਲਾਵਾਂਗੇ ਵੀ। ਸਾਨੂੰ ਮੁੱਖ ਤੌਰ ਤੇ ਦੱਸੋ ਪਹਿਲਾਂ ਕਿ ਇਹਨਾਂ ਦੀਆਂ ਕੀ ਇਸ਼ੂਜ਼ ਨੇ। ਜੀ ਸੁਨੀਲ ਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਹਨਾਂ ਦੇ ਚੈਲੰਜ ਦੱਸਾਂ, ਸਾਡੇ ਸਰੋਤੇ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਹੋਣਗੇ ਕੀ ਚੈਲੰਜਸ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਤੇ ਆਪਣੇ ਸਰੋਤਿਆਂ ਨੂੰ ਇੱਕ ਬੇਸਿਕ ਜਿਹਾ ਕੁਐਸਚਨ ਪੁੱਛਣਾ ਚਾਹੂੰਗਾ ਜੀ, ਕਿ ਜਦੋਂ ਆਪਣਾ ਮੀਟ ਖਾਣ ਦਾ ਮਨ ਕਰਦਾ ਜੀ, ਚਾਹੇ ਚਿਕਨ ਖਾਣ ਦਾ ਮਨ ਕਰਦਾ ਹੈ, ਚਾਹੇ ਆਪਣਾ ਬੀਫ ਖਾਣ ਦਾ ਮਨ ਕਰਦਾ ਹੈ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਆਪਣੇ ਘਰ ਤੋਂ ਜੇਕਰ ਆਪਾਂ ਇੱਕ ਦੁਕਾਨ ਤੇ ਜਾਣਾ ਹੋਵੇ, ਚਾਹੇ ਉਹ ਮੈਰੀਨੇਟਡ ਖਰੀਦਣਾ ਹੈ, ਚਾਹੇ ਉਹ ਨਾਨ ਮੈਰੀਨੇਟਡ ਖਰੀਦਣਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਤੁਹਾਨੂੰ ਟਰੈਵਲ ਕਰਨਾ ਪੈਂਦਾ ਤੇ ਕਿੰਨਾ ਟਾਈਮ ਜਿਹੜਾ ਤੁਹਾਨੂੰ ਲੱਗਦਾ ਇੱਕ ਮੀਟ ਨੂੰ ਲੈ ਕੇ ਆਉਣ ਦੇ ਵਿੱਚ? ਮੇਰੇ ਖਿਆਲ ਨਾਲ ਜੇ ਐਵਰੇਜ ਅਸੀਂ ਦੇਖੀਏ ਤਾਂ ਜਿਹੜੇ ਵੀ ਲੋਕ ਮੀਟ ਖਾਂਦੇ ਨੇ ਜਾਂ ਖਾਂਦੇ ਹੋਣਗੇ, ਕੋਈ ਵੀ ਸ਼ਾਪਿੰਗ ਕਰਨ ਦੀ ਜੇ ਅਸੀਂ ਗੱਲ ਕਰਦੇ ਹਾਂ ਇਸ ਤਰ੍ਹਾਂ ਦੀ, ਤਾਂ ਤਕਰੀਬਨ ਮੇਰੇ ਖਿਆਲ ਨਾਲ ਅੱਧਾ ਘੰਟੇ ਦੇ ਵਿੱਚ ਉਹ ਸ਼ਾਪਿੰਗ ਕਰਕੇ ਆ ਸਕਦੇ ਨੇ। ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ 2 ਜਾਂ 3 ਕਿਲੋਮੀਟਰ ਦੇ ਵਿੱਚ ਜਿਹੜੀ ਅਵੇਲੇਬਿਲਿਟੀ ਮੀਟ ਦੀ ਹੋ ਸਕਦੀ ਹੋਏਗੀ। ਪਰ ਜੇਕਰ ਆਪਾਂ ਸੁਨੀਲ ਜੀ ਪ੍ਰੋਡਿਊਸਰ ਦੀ ਗੱਲ ਕਰੀਏ ਤਾਂ ਬੜੇ ਹੀ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ, ਬੜੀ ਹੈਰਾਨੀਜਨਕ ਅੰਕੜੇ ਹੈਗੇ ਆ ਜੀ। ਜੇ ਉਹਨਾਂ ਨੇ ਆਪਣਾ ਕੋਈ ਵੀ ਮੀਟ ਸਲੌਟਰ ਕਰਵਾਉਣਾ ਹੈ ਜੀ, ਤਾਂ ਉਹਨਾਂ ਨੂੰ 1 ਸਾਲ ਦਾ ਵੇਟਿੰਗ ਪੀਰੀਅਡ ਹੈਗਾ ਜੀ। 9 ਮਹੀਨੇ ਤੋਂ ਲੈ ਕੇ 1 ਸਾਲ ਤੱਕ ਉਹਨਾਂ ਨੂੰ ਉਡੀਕ ਕਰਨੀ ਪੈਣੀ ਹੈ ਆਪਣਾ ਜਿਹੜਾ ਪਸ਼ੂ ਹੈਗਾ, ਆਪਣਾ ਜਾਨਵਰ ਹੈਗਾ, ਉਹਨੂੰ ਸਲੌਟਰ ਕਰਨ ਲਈ। ਇੱਥੇ ਹੀ ਬਸ ਨਹੀਂ ਸੁਨੀਲ ਜੀ, ਉਹਨਾਂ ਨੂੰ 12 ਘੰਟੇ ਤੋਂ ਲੈ ਕੇ 16 ਘੰਟੇ ਉਹਨਾਂ ਨੂੰ ਟਰੈਵਲ ਕਰਨਾ ਪੈਂਦਾ ਹੈਗਾ ਜੇ ਉਹਨਾਂ ਨੇ ਆਪਣਾ ਜਿਹੜਾ ਐਨੀਮਲ ਹੈਗਾ ਉਹਦੀ ਸਲੌਟਰਿੰਗ ਕਰਨੀ ਹੈਗੀ ਹੈ। 12 ਘੰਟੇ ਤੋਂ ਲੈ ਕੇ ਆਪਣੇ ਫਾਰਮ ਤੋਂ ਲੈ ਕੇ ਉਹਨਾਂ ਨੂੰ 12 ਘੰਟੇ ਜਾਂ 16 ਘੰਟੇ ਦੂਰ ਜਾਣਾ ਪੈਂਦਾ ਹੈਗਾ ਤਾਂ ਕਿ ਉਹ ਆਪਣੇ ਜਿਹੜੇ ਪ੍ਰੋਡਿਊਸ ਦੀ ਸਲੌਟਰਿੰਗ ਕਰ ਸਕਣ। ਤੁਸੀਂ ਦੇਖੋ ਸੁਨੀਲ ਜੀ, ਜਿੱਥੇ ਆਪਾਂ ਆਪਣੇ ਕੋਲ ਇੰਨੀ ਅਵੇਲੇਬਿਲਿਟੀ ਹੈਗੀ ਆ ਕਿ ਆਪਾਂ ਅੱਧੇ ਘੰਟੇ ਦੇ ਵਿੱਚ ਇੰਨੀ ਵੈਰਾਈਟੀ ਵਾਲਾ ਮੀਟ ਖਾ ਸਕਦੇ ਹਾਂ, ਅੱਧੇ ਪੌਣੇ ਘੰਟੇ ਦੇ 3-4 ਕਿਲੋਮੀਟਰ ਦੇ ਵਿੱਚ, ਦੂਜੇ ਪਾਸੇ ਜਿਹੜਾ ਫਾਰਮਰਸ ਹੈਗੇ ਉਹ ਕਿੰਨੇ ਔਖੇ ਹੈਗੇ ਆ। ਉਹਨਾਂ ਨੂੰ 9 ਮਹੀਨੇ ਸਾਲ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਸਲੌਟਰਿੰਗ ਲਈ, ਔਰ 12 ਤੋਂ 16 ਘੰਟੇ ਟਰੈਵਲ ਕਰਨਾ ਪੈਂਦਾ। ਹੁਣ ਮੈਂ ਸਲੌਟਰਸ ਕਿੰਨੇ ਕਿੰਨੇ ਦੇ ਬਾਰੇ ਗੱਲ ਕਰਦੇ ਹਾਂ। ਪਹਿਲਾਂ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਜੂਲੀਆ ਸਮਿਥ ਹੋਣਾ ਦੇ ਨਾਲ ਜੀ, ਅਸੀਂ ਉਹ ਪ੍ਰਸਾਰਿਤ ਕਰਦੇ ਹਾਂ ਆਪਣੇ ਸਰੋਤਿਆਂ ਲਈ। Julia, my first question is, please share a brief about your meat farming business. My partner and I have a small farm just outside of Merritt, which is kind of in between Kamloops and Vancouver. And we mostly raise heritage breed hogs, and we do a little bit of beef. We've been farming for about 9 years, and we've been raising meat animals. Pretty wide variety actually over the years, for about 7 years, but now we're mostly doing pork and a bit of beef. And Julia, what kind of challenges you and the other meat growers are facing right now? Our primary issue is access to slaughter and cut and wrap, meaning, getting the animals cut into consumer ready parts like steaks and roasts and chops and all that good stuff. We're also having some issues with insurance, but our biggest obstacle to scaling our business right now is definitely the slaughter and cut and wrap. And what are the demands of your organization from the provincial and the federal government? What we'd really like to see is oversight of the meat processing that is appropriate to the scale and the risk. We're dealing with primarily direct to consumer and small quantities where traceability is really easy. Our meat isn't going through multiple steps to take it from the farm to the consumer. It's a pretty short food chain. And so we'd really like to see the oversight of meat processing for these types of operations be more appropriate to the scale. We'd also like to see more flexible oversight. I think if COVID has taught us anything, it's that we can do a lot of things virtually that we thought we used to think we needed to be in person for. And so I hope that we'll be able to take advantage of some of the video technology that we've been using in many other areas of our life to maybe increase some of the oversight availability to more remote areas.
And Julia, can you please shed a light on the lack of the slaughterhouses in BC and the waiting period? Yeah, we lost most of the small slaughter facilities in BC back around 2007, and it's extremely difficult now for people to get reliable processing. We have a small number of plants here in BC doing very good work. There's just not enough of them. And what is the waiting period for the meat producers to get their produce slaughtered? Right now, if you want to book an animal in, you're looking at probably next fall before you can get anything booked in. I mean, to be fair, people should be booking in advance. I mean, you don't wait until your animal is ready to slaughter to book slaughter dates. I mean, some people do, but that's not a good practice. But having to book a year in advance, this is something that we certainly haven't seen before. So, under this scenario, Julia, when there is a waiting period for the meat producers, is it feasible for the meat producers to continue in this scenario? Well, it isn't feasible for anybody really to run a commercially viable business when this part of our business is completely dependent on the slaughter capacity in the province. I could raise more animals, I could sell more meat, but not if I can't get my animals processed. And so right now, it really isn't commercially viable for people to be operating in this smaller scale meat industry. I mean, there's much bigger operations running, but they're operating in a different part of the chain. We have supply management and that helps producers in that part of the industry. But for smaller scale producers, we're really at the mercy of just a handful of provincially inspected slaughter facilities. And if you can't count on booking regular slaughter dates, then you can't grow your business. And Julia, are you getting enough support from the provincial as well as the federal government? Well, we've had a lot of provincial consultations over the last 3 years. It's nice that the government is interested in hearing from us, but we aren't seeing enough action. We're hoping that this latest round of consultations is going to result in some action and some changes to help the industry pretty quickly here in the new year. But so far, we haven't seen that. And if we talk about the public, Julia, are you getting enough support from public, your MLAs, your MPs? From the public, we always have pretty good support, and especially with COVID, people really started to care more about where their food was coming from and wanted to know that they had a good local supply that they could rely on. And so we have more consumer support than ever before now. Personally, I've had great support from my MLA, Jackie Taggart, and the agriculture critic, Ian Patton, has reached out and been supportive as well. So we're pretty good on that front. We can always use more support, of course, and I think just ongoing conversations across different levels of government, different levels of industry and consumers all together is a really important part of this. Julia, we have heard that many meat producers are quitting this profession. What do you want to say on this? Well, why wouldn't you? If you can't grow your business to a sustainable level, why would you keep doing it? I think a lot of people are staying in business longer than is really sensible because this is a passion business. People do this because they love it. It's their lifestyle and it's very hard to give it up. But when there's no hope, you can't see a future where you can possibly earn a living, it doesn't make a lot of sense to keep doing it. And so I think we'll continue to see more and more people walking away, sadly, unless we see some real change pretty quickly here. In BC, all of the growers, they are the blueberry, apple, or these meat producers, all are facing the challenges. Do you think there is need of one organization or one front to raise the voice? I mean, that's a tricky question. I mean, we all have
There's overlap. I mean, we all need to get our products to market. I think we have some pretty strong voices. So I would say that what would be most helpful would be for those industry groups to start working together. It would be really hard for one organization to represent everybody. I suppose it could be argued that that's the Ministry of Agriculture's job. And so I'd like to see groups like the Small Scale Meat Producers Association working more closely with other industry groups so that we can bring forward our common needs and goals, and while still staying focused on our individual industries. And what do you want to say on the initiative by Sher Punjab regarding the BC farmers? I would like to invite people to join the Small Scale Meat Producers Association. For starters, you don't have to be a meat producer. We have a free membership for supporting members, and that's a really good way to get more involved in the local meat industry. We'll send out emails and let people know what's going on and when we need you to write letters, and you know how you can support the industry so that there are small farmers around to feed our community. Tell your elected officials that you want to buy meat from small scale local producers, and vote with your wallet. You know, when you go to the grocery store, ask, you know, where is this meat coming from, and try to support local meat producers. And, you know, it may take more of an effort to buy meat from local producers. For example, you know, I'm doing a delivery run this weekend, and people are going to have to meet me at a certain location to pick up their meat. And I realize it is more effort often to purchase meat from small-scale local producers, but I ask that people be willing to make that effort, because having a strong, reliable local food system is really in all of our best interests, and the only way we can do that is if you support these producers with your wallet. Thank you so much, Julia, for your time and raising your concern on Sher Punjab Radio. Thank you so much for your support of this important issue. BC ਦੇ ਜਿਹੜੇ ਮੀਟ ਪ੍ਰੋਡਿਊਸਰ ਐਸੋਸੀਏਸ਼ਨ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਇਹਨਾਂ ਨਾਲ ਗੱਲਬਾਤ ਹੋਈ ਸਰਮੀਤ ਸਿੰਘ ਉਹਨਾਂ ਦੀ, ਔਰ ਇਹਨਾਂ ਨੇ ਜਾਣਕਾਰੀ ਦਿੱਤੀ। ਸਰਮੀਤ, ਜਿਹੜੀ ਇਹ ਗੱਲਬਾਤ ਹੋਈ ਹੈ ਉਹਦੇ ਤੋਂ ਮੈਂ ਜਿਹੜੀ ਚੀਜ਼ ਕੱਢੀ ਹੈ ਉਹ ਜੇ ਸਾਹਮਣੇ ਆ ਰਹੀ ਹੈ ਕਿ ਜਿਹੜੇ BC ਦੇ ਲੋਕਲ ਇਹ ਮੀਟ ਪ੍ਰੋਡਿਊਸਰਸ ਨੇ, ਇਹਨਾਂ ਦੀਆਂ ਸਮੱਸਿਆਵਾਂ ਖਾਸ ਤੌਰ ਤੇ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਅਸੀਂ ਇਸ ਵੇਲੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਰਹਿਮੋ ਕਰਮ ਦੇ ਉੱਤੇ ਪਲ ਰਹੇ ਹਾਂ ਜੀ। ਸੋ ਕੀ ਤੁਹਾਨੂੰ ਇਹਨਾਂ ਨਾਲ ਗੱਲਬਾਤ ਕਰਕੇ ਕੀ ਸਮਝ ਆਈ ਹੈ ਕਿ ਜਿਹੜੇ ਵੱਡੇ ਘਰਾਣੇ ਨੇ, ਜਿਹੜੇ ਵੱਡੀਆਂ ਇੰਡਸਟਰੀਜ਼ ਨੇ, ਉਹ ਛੋਟੇ ਸਮਾਲ ਸਕੇਲ ਬਿਜ਼ਨਸ ਨੂੰ ਕਿਤੇ ਪ੍ਰਭਾਵਿਤ ਕਰ ਰਹੇ ਨੇ? ਜੀ ਬਿਲਕੁਲ ਸਮੀਰ ਜੀ, ਤੁਸੀਂ ਬਿਲਕੁਲ ਜਿਹੜਾ ਰਾਈਟ ਕਨਕਲੂਜਨ ਇਸ ਗੱਲਬਾਤ ਤੋਂ ਕੱਢਿਆ ਹੈਗਾ। ਅਸੀਂ ਹਾਲਾਂਕਿ ਨਾਮ ਨਹੀਂ ਲਵਾਂਗੇ, ਪਰ ਜੋ ਮੇਰੀ ਜਾਣਕਾਰੀ ਦੇ ਵਿੱਚ ਆਇਆ ਉਹ ਕੈਨੇਡਾ ਦੇ ਵਿੱਚ 3 ਮੇਜਰ ਜਿਹੜੇ ਸਲੌਟਰ ਹਾਊਸਸ, ਸਲੌਟਰ ਕੰਪਨੀਜ਼ ਹੈਗੀਆਂ ਜਿਹੜੀਆਂ ਕਿ BC ਤੋਂ ਬਾਹਰ ਸਿਚੁਏਟਡ ਹੈਗੀਆਂ। ਉਹਨਾਂ ਦਾ ਕੰਮ ਬਹੁਤ ਅੱਛਾ ਚੱਲ ਰਿਹਾ, ਪਰ ਜਦੋਂ ਕਿ ਜਿਹੜੇ ਪ੍ਰੋਡਿਊਸਰ ਹੈਗੇ ਆ ਸਾਡੇ BC ਦੇ, ਜਿਹੜੇ ਮੀਟ ਪ੍ਰੋਡਿਊਸਰ ਹੈਗੇ ਆ, ਉਹਨਾਂ ਨੂੰ ਡੇਟਸ ਹੀ ਨਹੀਂ ਮਿਲ ਰਹੀਆਂ ਆਪਣੇ ਜਿਹੜਾ ਪਸ਼ੂ ਧਨਾਂ ਨੂੰ ਸਲੌਟਰ ਕਰਵਾਉਣ ਲਈ। ਉਹ ਬਿਲਕੁਲ ਜੂਲੀਆ ਵੀ ਕਹਿ ਰਿਹਾ ਕਿ ਅਸੀਂ ਰਹਿਮੋ ਕਰਮ ਤੇ ਹੈਗੇ ਆ, ਜਿਹੜੇ 2-4 ਸਲੌਟਰ ਹਾਊਸਸ ਜਿਹੜੇ ਥੋੜੇ ਕੁ ਹੈਗੇ ਆ ਉਹਨਾਂ ਦੇ ਰਹਿਮੋ ਕਰਮ ਤੇ ਹੈਗੇ ਆ। ਔਰ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਲਗਾਤਾਰ ਲੋਕ ਇਸ ਕਿੱਤੇ ਨੂੰ ਛੱਡ ਰਹੇ ਆ, ਔਰ ਜਿਹੜੇ ਲੱਗੇ ਵੀ ਹੋਏ ਆ ਉਹ ਸਿਰਫ ਪੈਸੇ ਲਈ ਨਹੀਂ ਲੱਗੇ ਹੋਏ, ਉਹ ਸਿਰਫ ਇਸ ਲਈ ਲੱਗੇ ਹੋਏ ਕਿ ਉਹਨਾਂ ਦਾ ਲਾਈਫ ਸਟਾਈਲ ਹੈ, ਉਹਨਾਂ ਦਾ ਪੈਸ਼ਨ ਹੈਗਾ ਐਗਰੀਕਲਚਰ ਕਰਨਾ। ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਜਿਹੜੇ ਮੀਟ ਪ੍ਰੋਡਿਊਸਰ BC ਦੇ ਗੁਜ਼ਰ ਰਹੇ ਆ ਜੀ। ਸੋ ਜੇਕਰ ਅਸੀਂ ਕਿਸਾਨੀ ਦੇ ਹਾਲਾਤ ਦੇਖੀਏ, ਅਸੀਂ ਜਿਹੜੇ ਮਿਨਿਸਟਰ ਆਫ ਐਗਰੀਕਲਚਰ ਨੇ ਲੈਨਾ ਪੋਫਮ, ਆਨਰੇਬਲ ਲੈਨਾ ਪੋਫਮ, ਅਸੀਂ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਉਹਨਾਂ ਕੋਲ ਵੀ ਸਮਾਂ ਮੰਗਿਆ ਜੇਕਰ ਉਹ ਆ ਕੇ ਆਪਣੀਆਂ ਜਿਹੜੇ ਉਹਨਾਂ ਦੇ ਮਿਨਿਸਟਰੀ ਦੇ ਅੰਦਰ ਇਹ ਸਾਰੇ ਜਿਹੜੀ ਇੰਡਸਟਰੀ ਆਉਂਦੀ ਹੈ ਉਹਦੇ ਬਾਰੇ ਕੋਈ ਗੱਲਬਾਤ ਕਰ ਸਕਣ। ਉਮੀਦ ਹੈ ਉਹਨਾਂ ਕੋਲੋਂ ਛੇਤੀ ਸਾਨੂੰ ਸਮਾਂ ਮਿਲ ਜਾਏਗਾ। ਪਰ ਜੇ ਅਸੀਂ ਕੱਲ੍ਹ ਦੇਖਿਆ ਕਿ ਫਰੂਟ ਗਰੋਅਰਸ ਜਿਹੜੇ ਨੇ ਉਹਨਾਂ ਦੀਆਂ ਸਮੱਸਿਆਵਾਂ ਬਹੁਤ ਨੇ। ਹੁਣ ਮੀਟ ਇੰਡਸਟਰੀ ਹੈ, ਇਹਨਾਂ ਦੀਆਂ ਲੋਕਲ ਮੀਟ ਇੰਡਸਟਰੀ ਹੈ, ਇਹਨਾਂ ਦੀ ਸਮੱਸਿਆ ਬਹੁਤ ਹੈ। ਸੋ ਸਰਕਾਰ ਜਿਹੜੀ BC ਲੋਕਲ ਦਾ ਨਾਅਰਾ ਦੇ ਰਹੀ ਹੈ, ਇਹ ਕਿੱਥੇ ਤੱਕ ਸਕਸੈਸਫੁਲ ਸਾਬਤ ਹੋਈ ਹੈ ਆਪਣੇ ਇਸ ਨਾਅਰੇ ਨੂੰ ਹਕੀਕਤ ਦੇ ਵਿੱਚ ਸਾਹਮਣੇ ਲਿਆਉਣ ਦੇ ਵਿੱਚ? ਕਿਉਂਕਿ ਇਹਨਾਂ ਨੇ ਕਿਹਾ ਕਿ ਬਹੁਤ ਪ੍ਰੋਵਿੰਸ਼ੀਅਲ ਕੰਸਲਟੇਸ਼ਨ ਹੋਈਆਂ, ਪਰ ਅਜੇ ਤੱਕ ਕੋਈ ਇਨਫ ਐਕਸ਼ਨ ਦੇਖਣ ਨੂੰ ਨਹੀਂ ਆਇਆ। ਜੀ ਬਿਲਕੁਲ ਸੁਖਬੀਰ ਜੀ, ਲਗਾਤਾਰ ਜਿਹੜਾ BC ਦੀ ਗਵਰਨਮੈਂਟ ਹੈਗੀ ਹੈ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਕਿ ਬਾਏ BC, ਬਾਏ ਲੋਕਲ, ਪਰ ਜੋ ਜ਼ਮੀਨੀ ਹਾਲਾਤ ਹੈਗੇ ਸੁਖਬੀਰ ਜੀ ਬਿਲਕੁਲ ਡਿਫਰੈਂਟ ਹੈਗੇ ਆ। ਲੱਗਦਾ ਨਹੀਂ ਹੈ ਕਿ ਸਰਕਾਰ ਜਿਹੜੀ ਨੀਤੀ ਤੇ ਨੀਅਤੀ ਹੈਗੀ ਹੈ ਉਹ ਇੱਕੋ ਹੈ, ਉਹਨਾਂ 'ਚ ਕਾਫੀ ਫਰਕ ਦੇਖਣ ਨੂੰ ਮਿਲਦਾ।
ਉਹ ਕਿੱਦਾਂ ਕਿ ਜਦੋਂ ਸਰਕਾਰ ਕਹਿੰਦੇ ਕਿ ਤੁਸੀਂ ਬਾਏ ਲੋਕਲ ਬਾਏ BC ਖਰੀਦੋ, ਪਰ ਜਦੋਂ ਦੂਜੇ ਪਾਸੇ ਜਿਹੜੇ ਮੀਟ ਪ੍ਰੋਡਿਊਸਰ ਉਹ ਕਹਿ ਰਹੇ ਕਿ ਸਾਡਾ ਤਾਂ ਜਿਹੜਾ ਪ੍ਰੋਡਿਊਸਰ ਸਲੌਟਰ ਹੀ ਨਹੀਂ ਹੋ ਪਾ ਰਿਹਾ, ਸਾਨੂੰ ਤਾਂ ਸਾਲ-ਸਾਲ ਵੇਟ ਕਰਨੀ ਪੈ ਰਹੀ ਹੈ, ਅਸੀਂ ਤਾਂ 9-9 ਮਹੀਨੇ ਉਡੀਕ ਕਰ ਰਹੇ ਹਾਂ, ਸਾਨੂੰ ਅਪਾਇੰਟਮੈਂਟ ਬਣਾਉਣੀਆਂ ਪੈਂਦੀਆਂ। ਔਰ ਕੁਝ ਹਾਲਾਤਾਂ ਦੇ ਵਿੱਚ ਤਾਂ ਸੁਨੀਲ ਜੀ ਜੂਲੀਆ ਹੋਰਾਂ ਨੇ ਦੱਸਿਆ ਸਾਨੂੰ ਕਿ ਉਹਨਾਂ ਨੂੰ ਆਪਣਾ ਜਿਹੜਾ ਸਲੌਟਰ ਕਰਵਾਉਣ ਲਈ ਉਹਨਾਂ ਦੇ ਬਰਥ ਤੋਂ ਪਹਿਲਾਂ ਹੀ ਅਪਾਇੰਟਮੈਂਟ ਲੈਣੀ ਪੈਂਦੀ ਹੈਗੀ ਹੈ। ਚਾਹੇ ਉਹਨਾਂ ਨੇ ਚਿਕਨ ਦੀ ਲੈਣੀ ਹੋਵੇ, ਚਾਹੇ ਸੂਰਾਂ ਦੀ ਲੈਣੀ ਹੋਵੇ, ਤਾਂ ਕਈ ਵਾਰ ਉਹਨਾਂ ਦਾ ਜਿਹੜਾ ਬੱਚਾ ਜੰਮਿਆ ਵੀ ਨਹੀਂ ਹੁੰਦਾ, ਉਹਨਾਂ ਨੂੰ ਉਹਦੀ ਅਪਾਇੰਟਮੈਂਟ ਲੈਣੀ ਪੈ ਜਾਂਦੀ ਹੈ। ਜਦੋਂ ਸਲੌਟਰ ਹਾਊਸਿਸ ਹੀ ਹੈ ਨਹੀਂ, ਜਦੋਂ BC ਦੇ ਵਿੱਚ BC ਦਾ ਲੋਕਲ ਮੀਟ ਕੱਟਿਆ ਹੀ ਨਹੀਂ ਜਾ ਰਿਹਾ, ਤਾਂ ਜਿਹੜਾ BC ਬਾਏ BC ਹੈ, ਬਾਏ ਲੋਕਲ ਪ੍ਰੋਗਰਾਮ ਹੈ, ਉਹ ਕਿੱਦਾਂ ਚੱਲੇਗਾ? ਹੁਣ ਸਰਕਾਰ ਵੱਲੋਂ ਇੱਕ ਇੰਟੈਂਸ਼ਨ ਪੇਪਰ ਲੈ ਕੇ ਆਂਦਾ ਗਿਆ ਸੀਗਾ ਪਿਛਲੇ 2-3 ਮਹੀਨੇ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਸਰਕਾਰ ਨੇ ਕਿ ਕੀ ਤੁਹਾਡੀਆਂ ਮੰਗਾਂ ਹੈ। ਔਰ ਅਸੀਂ ਵੀ ਕੱਲ ਉਹਨਾਂ ਨੂੰ ਇੱਕ ਈਮੇਲ ਪਾਈ ਹੈਗੀ ਜੀ ਐਗਰੀਕਲਚਰ ਮਿਨਿਸਟਰ ਨੂੰ, ਉੱਥੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਫਾਰਮਰਸ ਵੱਲੋਂ ਲਗਾਤਾਰ ਸਲੌਟਰ ਹਾਊਸਿਸ ਦੀ ਕਮੀ ਦੱਸੀ ਜਾ ਰਹੀ ਹੈ। ਔਰ ਮੈਂ ਥੋੜੀ ਜਾਣਕਾਰੀ ਦੇ ਦਿਆਂ ਸਮੀਰ ਜੀ, BC ਦੇ ਵਿੱਚ ਜਿਹੜੇ 4 ਤਰ੍ਹਾਂ ਦੇ ਸਲੌਟਰ ਹਾਊਸਿਸ ਹੁੰਦੇ ਹੈਗੇ ਆ, ਕਲਾਸ A, ਕਲਾਸ B, ਕਲਾਸ D ਤੇ E। ਕਲਾਸ A ਦੇ ਵਿੱਚ ਤੁਸੀਂ ਸਲੌਟਰ ਕਰ ਸਕਦੇ ਹੋ, ਕੱਟ ਐਂਡ ਰੈਪ ਵੀ ਕਰ ਸਕਦੇ ਹੋ ਜੀ, ਔਰ ਪੂਰੇ BC ਦੇ ਵਿੱਚ ਤੁਸੀਂ ਸੇਲਸ ਕਰ ਸਕਦੇ ਹੋ, ਕੰਜ਼ਿਊਮਰ ਨੂੰ ਵੀ ਤੇ ਰਿਟੇਲਰ ਨੂੰ ਵੀ। ਪੂਰੇ BC ਦੇ ਵਿੱਚ ਇਦਾਂ ਦੇ ਸਲੌਟਰ ਹਾਊਸਿਸ ਮਿਲ ਸਕਦੇ ਆ, ਔਰ ਇਹਨਾਂ ਦੀ ਗਿਣਤੀ ਸਿਰਫ 42 ਹੈ ਜੀ ਪੂਰੇ BC ਦੇ ਵਿੱਚ। ਕੱਲ ਸਾਨੂੰ ਅਧਿਕਾਰਿਤ ਤੌਰ ਤੇ ਐਗਰੀਕਲਚਰ ਮਿਨਿਸਟਰੀ ਵੱਲੋਂ ਈਮੇਲ ਪ੍ਰਾਪਤ ਹੋਈ ਹੈ। ਔਰ ਜੇਕਰ ਇਸ ਤੋਂ ਕਲਾਸ B ਦੀ ਗੱਲ ਕਰਾਂ ਤਾਂ ਤੁਸੀਂ ਸਿਰਫ ਸਲੌਟਰ ਕਰ ਸਕਦੇ ਹੋ ਸਮੀਰ ਜੀ, ਤੁਸੀਂ ਉਹਨੂੰ ਕੱਟ ਐਂਡ ਰੈਪ ਨਹੀਂ ਕਰ ਸਕਦੇ। ਇਹ ਵੀ ਪੂਰੇ BC ਦੇ ਵਿੱਚ ਸਥਿਤ ਹੁੰਦੇ ਆ ਜੀ, ਔਰ ਇਹਦੇ ਵਿੱਚ ਵੀ ਤੁਸੀਂ ਜਿਹੜਾ ਰਿਟੇਲ ਨੂੰ ਜਾਂ ਕਸਟਮਰਸ ਨੂੰ ਵੇਚ ਸਕਦੇ ਹੋ, ਕਿੰਨੇ ਵੀ ਤੁਸੀਂ ਐਨੀਮਲਸ ਕੱਟ ਸਕਦੇ ਹੋ। ਇਹਨਾਂ ਦੀ ਗਿਣਤੀ ਸਿਰਫ 16 ਹੈ ਜੀ। ਐਡਾ ਵੱਡਾ BC ਹੋਵੇ, 23 ਮਿਲੀਅਨ ਐਨੀਮਲ ਹੋਣ, ਸਿਰਫ 16 ਜੀ, ਬਿਲਕੁਲ 16। ਔਰ ਇਸ ਤੋਂ ਥੱਲੇ ਜਿਹੜਾ ਆਉਂਦਾ ਕਲਾਸ D ਆਉਂਦਾ ਜੀ, ਇਹਦੇ ਵਿੱਚ ਤੁਸੀਂ ਸਿਰਫ ਸਲੌਟਰ ਕਰ ਸਕਦੇ ਹੋ, ਪਰ ਤੁਸੀਂ ਸਿਰਫ 1 ਤੋਂ 25 ਐਨੀਮਲ ਹੀ ਕਰ ਸਕਦੇ ਹੋ, ਜਾਂ ਤੁਸੀਂ ਆਪਣੇ ਆਂਢ ਗੁਆਂਢ ਦੇ ਵਿਅਕਤੀਆਂ ਦੇ। ਇਹਨਾਂ ਦੀ ਗਿਣਤੀ ਸਿਰਫ 41 ਹੈ ਜੀ। ਔਰ ਕਲਾਸ E ਜਿਹੜਾ ਲਾਇਸੈਂਸ ਹੈਗਾ ਜੀ, ਇਹਦੇ ਵਿੱਚ ਤੁਸੀਂ ਸਿਰਫ 1 ਤੋਂ ਲੈ ਕੇ 10 ਜਿਹੜੇ ਐਨੀਮਲ ਕੱਟ ਸਕਦੇ ਹੋ, ਤੁਸੀਂ ਸਲੌਟਰ ਹੀ ਕਰ ਸਕਦੇ ਹੋ, ਪਰ ਇਹਨਾਂ ਦੀ ਗਿਣਤੀ ਸਿਰਫ 51 ਹੈ। ਜੇਕਰ ਮੈਂ ਸਮਝ ਤੁਹਾਨੂੰ ਟੋਟਲ ਦੱਸਾਂ, ਕਲਾਸ A, B ਤੇ D ਤੇ E ਲਾਇਸੈਂਸ ਹੈਗਾ ਜੀ, ਉਹ 150 ਬਣਦੀ ਹੈ ਜੀ। ਪੂਰੇ BC ਦੇ ਵਿੱਚ 150 ਸਲੌਟਰ ਹਾਊਸਿਸ ਨੇ, ਜਦੋਂ ਕਿ 23 ਮਿਲੀਅਨ ਦੇ ਕਰੀਬ ਐਨੀਮਲ ਨੇ। ਜਦੋਂ ਵਾਰ-ਵਾਰ ਮੀਟ ਪ੍ਰੋਡਿਊਸਰ ਕਹਿ ਰਹੇ ਹੈਗੇ ਕਿ ਉਹਨਾਂ ਨੂੰ ਡੇਟਸ ਨਹੀਂ ਮਿਲ ਰਹੀਆਂ, ਉਹਨਾਂ ਨੂੰ ਉਹ ਕਿੱਤਾ ਛੱਡ ਰਹੇ ਹੈਗੇ, ਤਾਂ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ? ਸਰਕਾਰ ਕਦੋਂ ਇਹਨਾਂ ਨੂੰ ਜਵਾਬ ਦੇਊਗੀ? ਔਰ ਇਸ ਤੋਂ ਇਲਾਵਾ ਸਮੀਰ ਜੀ, ਹੁਣ ਇੱਕ ਸਰਕਾਰ ਨੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਂਦਾ। ਜਦੋਂ ਵਾਰ-ਵਾਰ ਸਲੌਟਰ ਹਾਊਸਿਸ ਵਾਲਿਆਂ ਨੇ ਸਰਕਾਰ ਨੂੰ ਬੇਨਤੀ ਕੀਤੀ, ਤਾਂ ਉਹਨਾਂ ਨੇ ਕਿਹਾ ਕਿ ਜਿਹੜਾ D ਤੇ E ਦੇ ਜਿਹੜੇ ਲਾਇਸੈਂਸਸ ਹੈਗੇ ਆ, ਪਹਿਲਾਂ ਉਹ ਹੈਲਥ ਡਿਪਾਰਟਮੈਂਟ ਕੋਲੇ ਹੁੰਦੇ ਸੀਗੇ ਜੀ, ਤਾਂ ਉਹਦੇ ਅਧਿਕਾਰ ਹੈ ਜਿਹੜੇ ਹੁਣ ਮਿਨਿਸਟਰੀ ਆਫ ਐਗਰੀਕਲਚਰ ਨੂੰ ਦੇ ਦਿੱਤੇ ਗਏ ਆ। ਅਸੀਂ ਜਿਹੜਾ ਕੱਲ ਐਗਰੀਕਲਚਰ ਮਿਨਿਸਟਰੀ ਨੂੰ ਕੁਐਸਚਨ ਪੁੱਛਿਆ ਸੀਗਾ ਕਿ ਤੁਸੀਂ ਸਾਨੂੰ ਦੱਸੋ ਕਿ ਕਿੰਨੇ ਕੁ ਐਪਲੀਕੈਂਟ ਹੈ ਜਿਹੜੇ ਉਹ D ਤੇ E ਦੇ ਤੁਹਾਡੇ ਕੋਲੇ ਪਹੁੰਚ ਚੁੱਕੇ ਆ, ਕਿੰਨਿਆਂ ਨੂੰ ਤੁਸੀਂ ਲਾਇਸੈਂਸ ਇਸ਼ੂ ਕਰ ਦਿੱਤਾ ਹੈਗਾ, ਕਿੰਨੇ ਬਾਕੀ ਹੈ, ਕੀ ਚੈਕਿੰਗ ਉਹਨਾਂ ਦੀ ਚੱਲ ਰਹੀ ਹੈ? ਤਾਂ ਉਹਨਾਂ ਨੇ ਕੋਈ ਇਹਦਾ ਜਵਾਬ ਨਹੀਂ ਦਿੱਤਾ ਜੀ। ਉਹਨਾਂ ਨੇ ਸਿਰਫ ਆਪਾਂ ਨੂੰ ਗਿਣਤੀ ਜ਼ਰੂਰ ਪ੍ਰੋਵਾਈਡ ਕਰਵਾਈ ਹੈ ਕਿ BC ਦੇ ਵਿੱਚ 150 ਜਿਹੜੇ A, B, D ਤੇ E ਜਿਹੜੇ ਸਲੌਟਰ ਹਾਊਸਿਸ ਨੇ, ਪਰ ਉਹਨਾਂ ਨੇ ਕੋਈ ਵੀ ਇਦਾਂ ਦੀ ਗਿਣਤੀ ਨਹੀਂ ਪ੍ਰੋਵਾਈਡ ਕਰਵਾਈ ਕਿ ਇੰਨੇ ਐਪਲੀਕੈਂਟਸ ਪਹੁੰਚ ਚੁੱਕੇ ਆ। ਸਰਮੀਤ, ਇਹ 'ਚ ਇੱਕ ਬੜੀ ਅਜੀਬੋ-ਗਰੀਬ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇੱਕ ਪਾਸੇ ਅਸੀਂ ਫਾਰਮਸ ਦੀ ਗੱਲ ਕਰਦੇ ਹਾਂ ਕਿ 15,867 ਫਾਰਮਸ ਜਿਹੜੇ ਨੇ BC ਦੇ ਵਿੱਚ ਨੇ, ਜਿਹੜੇ ਮੀਟ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ, ਔਰ ਸਿਰਫ 150 ਸਲੌਟਰ ਹਾਊਸ ਨੇ, ਉਹ ਵੀ ਡਿਫਰੈਂਟ ਕੈਟੇਗਰੀਜ਼ ਵਾਲੇ। ਜੀ। ਸੋ ਕਿਤੇ ਨਾ ਕਿਤੇ ਇਹ ਦੇਖ ਰਿਹਾ ਕਿ ਸਰਕਾਰ ਦੀ ਜਿਹੜੀ ਗੰਭੀਰਤਾ, ਉਹਦੇ ਤੇ ਸਵਾਲੀਆ ਚਿੰਨ੍ਹ ਜ਼ਰੂਰ ਖੜੇ ਹੁੰਦੇ ਇਹਦੇ ਨਾਲ। ਜੀ ਬਿਲਕੁਲ ਸਮੀਰ ਜੀ, ਵਾਰ-ਵਾਰ ਜਿਹੜਾ ਸਲੌਟਰ ਹਾਊਸਿਸ ਵੱਲੋਂ ਵਾਰ-ਵਾਰ ਲਾਈਨ ਅਪ ਆਪਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ। ਔਰ ਇੱਥੇ ਹੀ ਸਮੀਰ ਜੀ, ਇੱਕ ਲੈਂਗਲੀ ਦੇ ਇੱਕ ਸੈਂਟਰਲ ਪਾਰਕਸ ਦੇ ਵਿੱਚ ਇੱਕ ਕੈਂਡੈਲ ਬੈਲੈਂਟੀਨ ਨਾਮ ਦੀ ਇੱਕ ਮੀਟ ਪ੍ਰੋਡਿਊਸਰ ਹੈ ਜੀ, ਉਹਨਾਂ ਨੇ ਓਪਨਲੀ 26 ਅਕਤੂਬਰ ਨੂੰ ਓਪਨਲੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਦੁਖੀ ਹੋ ਕੇ ਸਰਕਾਰ ਦੀਆਂ ਨੀਤੀਆਂ ਤੋਂ ਉਹ ਇਹ ਬਿਜ਼ਨਸ ਛੱਡ ਰਹੇ ਹੈਗੇ ਆ, ਕਿਉਂਕਿ ਉਹਨਾਂ ਨੂੰ 16 ਘੰਟੇ ਦੀ ਡਰਾਈਵ ਕਰਕੇ ਜਿਹੜਾ ਜਾਣਾ ਪੈਂਦਾ ਸੀਗਾ ਆਪਣਾ ਸਲੌਟਰ ਹਾਊਸਿਸ ਦੇ ਵਿੱਚ। ਉਹਨਾਂ ਨੂੰ ਸਾਲ ਪਹਿਲਾਂ ਜਿਹੜੀਆਂ ਅਪਾਇੰਟਮੈਂਟਸ ਬੁੱਕ ਕਰਵਾਉਣੀਆਂ ਪੈਂਦੀਆਂ ਸੀ, ਔਰ ਇਹਨਾਂ ਨੇ ਆਪਦਾ ਐਕਸਪੀਰੀਅੰਸ ਸ਼ੇਅਰ ਕਰਦੇ ਲਿਖਿਆ ਹੈ ਕਿ ਇਹਨਾਂ ਨੇ ਕਾਫੀ ਅਵਾਰਡਸ ਵੀ ਜਿੱਤੇ ਹੈਗੇ ਆ। ਉਹ ਹੋਰ ਕੰਮ ਆਪਦੇ ਬਿਜ਼ਨਸ ਨੂੰ ਅੱਗੇ ਵਧਾਉਣਾ ਚਾਹੁੰਦੇ ਸੀਗੇ, ਪਰ ਕਿਉਂਕਿ ਸਰਕਾਰ ਸੁਹਿਰਦ ਨਹੀਂ ਹੈਗੀ, ਕਿਤੇ ਨਾ ਕਿਤੇ ਸਰਕਾਰ ਦੇ ਨੀਤੀਆਂ ਦੇ ਵਿੱਚ ਫਰਕ ਹੈਗਾ, ਉਹ ਸਲੌਟਰ ਹਾਊਸਿਸ ਦੀ ਗੱਲ ਨਹੀਂ ਸੁਣ ਪਾ ਰਹੀ ਹੈਗੀ ਹੈ। ਇਸ ਕਰਕੇ ਇਹਨਾਂ ਦਾ ਕਹਿਣਾ ਕਿ ਉਹ ਇਹ ਬਿਜ਼ਨਸ ਛੱਡ ਰਹੇ ਹੈਗੇ ਆ। ਇਸ ਤਰ੍ਹਾਂ ਜੂਲੀਆ ਨੇ ਵੀ ਗੱਲ ਕੀਤੀ ਕਿ ਬਹੁਤ ਸਾਰੇ ਜਿਹੜੇ ਮੀਟ ਪ੍ਰੋਡਿਊਸਰ ਹੈਗੇ ਉਹ ਸਿਰਫ ਪੈਸ਼ਨ ਕਰਕੇ ਲੱਗੇ ਹੋਏ ਆ। ਜੇ ਜਾਂਦੇ ਤੁਸੀਂ ਜਾਣਕਾਰੀ ਦੇਣੀ ਹੋਏ ਕਿ ਕਿੰਨੇ ਕੁ ਮੀਟ ਪ੍ਰੋਡਿਊਸਰ ਨੇ ਜਿਹੜੇ ਹੁਣ ਤੱਕ ਇਸ ਇੰਡਸਟਰੀ ਨੂੰ ਛੱਡ ਕੇ ਜਾ ਚੁੱਕੇ ਆ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ? ਜੀ ਬਿਲਕੁਲ ਸਮੀਰ ਜੀ, ਇਦਾਂ ਦੀ ਕੋਈ ਪਾਰਟੀਕੁਲਰ ਇਨਫੋਰਮੇਸ਼ਨ ਫਿਲਹਾਲ ਨਹੀਂ ਹੈਗੀ, ਪਰ ਆਪਾਂ ਜੂਲੀਆ ਸਮਿਥ ਤੋਂ ਵੀ ਪੁੱਛਿਆ ਸੀ, ਤਾਂ ਉਹ ਕਹਿੰਦੇ ਕਿ ਅਸੀਂ ਇੱਕ ਸਰਵੇ ਕਰ ਰਹੇ ਹੈਗੇ ਆ। ਸਰਵੇ ਤੋਂ ਆਉਣ ਤੋਂ ਬਾਅਦ ਹੀ ਇਹ ਗੱਲ ਪਤਾ ਲੱਗ ਸਕਦੀ। ਅਸੀਂ ਵੀ ਵਾਰ-ਵਾਰ ਬੇਨਤੀ ਕਰ ਰਹੇ ਹਾਂ ਫਾਰਮਰਸ ਨੂੰ ਕਿ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ, ਕਿਉਂਕਿ ਸਮੀਰ ਜੀ ਇਹ ਇਸ਼ੂਜ਼ ਹੈਗੇ ਆ, ਸਭ ਦੇ ਹੀ ਹੈਗੇ ਆ, ਚਾਹੇ ਮੀਟ ਪ੍ਰੋਡਿਊਸਰ ਹੋਣ, ਚਾਹੇ ਉਹ ਬਲੂਬੈਰੀ ਪ੍ਰੋਡਿਊਸਰ ਹੋਣ, ਚਾਹੇ ਉਹ ਐਪਲ ਪ੍ਰੋਡਿਊਸਰ ਹੋਣ। ਸੋ ਜਿਹੜਾ ਇਹ ਇਨੀਸ਼ੀਏਟਿਵ ਸ਼ੇਰੇ ਪੰਜਾਬ ਵੱਲੋਂ ਲਿਆ ਗਿਆ, ਅਸੀਂ ਵਾਰ-ਵਾਰ ਫਾਰਮਰਸ ਨੂੰ ਬੇਨਤੀ ਕਰਦੇ ਹਾਂ ਕਿ ਇੱਕ
ਫਰੰਟ ਦੀ ਲੋੜ ਹੈ। ਇੱਕ ਘੱਟੋ ਘੱਟ ਕਾਮਨ ਮਿਨੀਮਮ, ਜੂਲੀਆ ਜੀ ਨੇ ਵੀ ਕਿਹਾ ਕਿ ਕਾਮਨ ਮਿਨੀਮਮ ਪ੍ਰੋਗਰਾਮ ਇੱਕ ਆਰਗੇਨਾਈਜੇਸ਼ਨ ਦਾ ਹੋ ਸਕਦਾ ਹੈ ਕਿ ਜਿਹੜੀ ਪੂਰੇ BC ਦੇ ਵਿੱਚ ਵੱਖ-ਵੱਖ ਸੈਕਟਰ ਤੋਂ ਬੰਦੇ ਲੈ ਕੇ ਕਾਮਨ ਮਿਨੀਮਮ ਪ੍ਰੋਗਰਾਮ ਤਹਿਤ ਜਿਹੜੀ ਆਪਣੀ ਆਵਾਜ਼ ਹੈ ਉਹ ਪੂਰੇ ਸਰਕਾਰ ਤੱਕ ਪਹੁੰਚਾਵੇ ਤਾਂ ਜੋ ਜਿਹੜਾ ਇਸ ਮਸਲੇ ਦਾ ਹੱਲ ਹੋ ਸਕੇ। ਮੈਂ ਸਾਰੇ ਜਿਹੜੇ ਸਾਡੇ ਸਰੋਤੇ ਇਸ ਵੇਲੇ ਸਾਨੂੰ ਰੇਡੀਓ ਤੇ ਸੁਣ ਰਹੇ ਨੇ ਜਾਂ ਫੇਸਬੁੱਕ ਤੇ ਦੇਖ ਰਹੇ ਨੇ, ਉਹਨਾਂ ਨੂੰ ਵੀ ਦਰਖਾਸਤ ਕਰਨੀ ਚਾਹੁੰਦਾ ਕਿ ਸ਼ੇਰੇ ਪੰਜਾਬ ਵੱਲੋਂ ਜਿਹੜੀ ਇਹ ਇਨੀਸ਼ੀਏਟਿਵ ਚੁੱਕਿਆ ਗਿਆ ਕਿ BC ਦੀ ਕਿਸਾਨੀ ਔਰ ਕੈਨੇਡਾ ਦੀ ਜਿਹੜੀ ਕਿਸਾਨੀ ਹੈ, ਇਹਦੀਆਂ ਸਮੱਸਿਆਵਾਂ, ਇਹਦੇ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਜਾਏ। ਕਿਉਂਕਿ ਤੁਸੀਂ ਦੇਖੋ ਕਿ ਘਰ ਬੈਠੇ ਅਸੀਂ ਗੱਲਾਂ ਤਾਂ ਜ਼ਰੂਰ ਕਰਦੇ ਹਾਂ ਕਿ ਅਸੀਂ ਬਹੁਤ ਵਧੀਆ ਮੁਲਕ ਦੇ ਵਿੱਚ ਰਹਿ ਰਹੇ ਹਾਂ, ਸਰਕਾਰ ਬਹੁਤ ਕੁਝ ਕਰ ਰਹੀ ਹੈ, ਪਰ ਜਦੋਂ ਸੱਚਾਈ ਦੇਖਦੇ ਹਾਂ ਕਿ ਕੱਲ ਅਸੀਂ ਫਰੂਟ ਗਰੋਅਰਸ ਦਾ ਮੁੱਦਾ ਦੇਖਿਆ, ਅੱਜ ਅਸੀਂ ਮੀਟ ਪ੍ਰੋਡਿਊਸਰ ਦਾ ਮੁੱਦਾ ਦੇਖਿਆ, ਸੋ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਸਮੱਸਿਆਵਾਂ, ਕਿੰਨੀਆਂ ਚੁਣੌਤੀਆਂ ਚੋਂ ਇਹ ਅਦਾਰੇ ਗੁਜ਼ਰ ਰਹੇ ਆ। ਸੋ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਅਸੀਂ ਹਰ ਨਾਰਾ ਦੁਨੀਆ ਦੇ ਹੋਰ ਮੁਲਕਾਂ ਦੇ ਵਾਸਤੇ ਮਾਰਦੇ ਹਾਂ, ਅਸੀਂ ਆਪਣੇ ਆਪ ਨੂੰ ਚੈਂਪੀਅਨ ਕਹਿੰਦੇ ਹਾਂ ਕਿ ਅਸੀਂ ਜਿਹੜੇ ਬਾਕੀ ਦੀਆਂ ਇੰਡਸਟਰੀਜ਼ ਆ ਉਹਨਾਂ ਦੀ ਗਰੋਥ ਦੀ ਗੱਲ ਕਰਦੇ ਹਾਂ ਜਾਂ ਬਾਕੀ ਲੋਕਾਂ ਦੀ ਅਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜਿਹੜੇ ਆ ਕਿਸਾਨ ਨੇ, ਸਾਡੇ ਆਪਣੇ ਕਿਸਾਨ ਨੇ ਜਿੱਥੇ ਅਸੀਂ ਰਹਿ ਰਹੇ ਹਾਂ, ਅਸੀਂ ਇਹਨਾਂ ਦੀਆਂ ਗੱਲਾਂ ਵੀ ਸਾਹਮਣੇ ਲੈ ਕੇ ਆਈਏ ਔਰ ਸਰਕਾਰ ਤੋਂ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਦੀਆਂ ਗੱਲਾਂ ਜ਼ਰੂਰ ਸੁਣੇਗੀ ਔਰ ਕੋਈ ਹੱਲ ਕੱਢੇਗੀ। ਸਰਮੀਤ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਇਹ ਸਾਰੀਆਂ ਜਾਣਕਾਰੀਆਂ ਦੇਣ ਵਾਸਤੇ। ਜੀ ਬਹੁਤ ਬਹੁਤ ਧੰਨਵਾਦ ਸੁਨੀਲ ਜੀ। ਔਰ ਸਰਮੀਤ ਹੁਣਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸਾਰੀਆਂ ਜਾਣਕਾਰੀ ਦਿੱਤੀਆਂ। ਪਰ ਨਾਲ ਦੇ ਨਾਲ ਮੈਂ ਇੱਕ ਜਾਣਕਾਰੀ ਜ਼ਰੂਰ ਦੇਣੀ ਚਾਹੁੰਦਾ ਕਿ ਇਹ ਜਿਹੜੀ ਮੁਹਿੰਮ ਹੈ, ਇਹ ਜਿਹੜੀ ਲੜੀ ਹੈ, ਇਸੇ ਤਰੀਕੇ ਨਾਲ ਚੱਲਦੀ ਰਹੇਗੀ ਸ਼ੇਰੇ ਪੰਜਾਬ AM 600 ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ, ਔਰ ਅੱਗੋਂ ਵੀ ਅਸੀਂ ਬਹੁਤ ਸਾਰੇ ਜਿਹੜੇ ਇਸ ਇੰਡਸਟਰੀ ਨਾਲ ਜੁੜੇ, ਕਿਸਾਨੀ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਲੈ ਕੇ ਆਵਾਂਗੇ। ਕੱਲ ਵੀ ਠੀਕ 8:15 ਵਜੇ ਇਸੇ ਪ੍ਰੋਗਰਾਮ ਦੇ ਵਿੱਚ ਸਮੀਰ ਕੌਸ਼ਲ ਔਰ ਸਰਮੀਤ ਸਿੰਘ ਦੇ ਨਾਲ ਤੁਸੀਂ ਇਹ ਜਿਹੜਾ ਗੱਲਬਾਤ ਹੈ, ਇਹ ਦੁਬਾਰਾ ਇੱਕ ਹੋਰ ਜਿਹੜੇ ਇੰਡਸਟਰੀ ਦੇ ਲੋਕ ਨੇ ਉਹਨਾਂ ਨਾਲ, ਕਿਸਾਨੀ ਦੇ ਨਾਲ ਜੁੜੇ ਹੋਏ ਇੰਡਸਟਰੀ ਨਾਲ ਲੋਕ ਜਿਹੜੇ ਜੁੜੇ ਲੋਕ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਤੁਹਾਡੀ ਵੀ ਮੁਲਾਕਾਤ ਕਰਾਵਾਂਗੇ। ਔਰ ਅਸੀਂ ਚਾਹਾਂਗੇ ਕਿ ਜਿਸ ਤਰ੍ਹਾਂ ਤੁਸੀਂ ਹਾਂ ਦਾ ਨਾਰਾ ਬਾਕੀ ਥਾਵਾਂ ਵਾਸਤੇ ਮਾਰਦੇ ਹੋ, ਆਪਣੀ ਇੱਥੋਂ ਦੀ ਲੋਕਲ ਕਿਸਾਨੀ ਵਾਸਤੇ ਵੀ ਜ਼ਰੂਰ ਮਾਰੋ। ਸਮੀਰ ਕੌਸ਼ਲ ਨੂੰ ਇਜਾਜ਼ਤ ਦਿਓ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਗਲਾ ਪ੍ਰੋਗਰਾਮ ਲੈ ਕੇ ਸਰਦਾਰ ਹਰਜੀਤ ਸਿੰਘ ਗਿੱਲ ਹੋਣੀ ਤੁਹਾਡੇ ਸਾਹਮਣੇ ਹਾਜ਼ਰ ਹੋਣਗੇ। ਬੜਾ ਹੀ ਇਨਫੋਰਮੇਟਿਵ ਪ੍ਰੋਗਰਾਮ ਹੈ। ਉਸ ਤੋਂ ਪਹਿਲਾਂ ਤੁਸੀਂ ਖਬਰਾਂ ਸੁਣੋਗੇ ਔਰ ਕੱਲ ਇੱਕ ਵਾਰ ਫਿਰ ਤੁਹਾਡੇ ਨਾਲ ਮੇਰੀ ਸਾਂਝ ਪਏਗੀ ਠੀਕ ਸਵੇਰੇ 7 ਵਜੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।